ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। करिए शुरू सर। हेलो भाई साहब जी करिए शुरू। करो जी। प्यारे दोस्तों, काफी अरसे दा अध्ययन, काफी अरसे दा अनुभव ते बाबे नानक दा मेरे लहू च बहंदा फलसफा पंजाब मॉडल दा 13-13-13 तोलन वाला आधार है। Fight for the poorest of the poor who are the most ignored and the rights they deserve, उन्हां दे अधिकार जिहड़े वो डिजर्व करते हैं। अज दा मुद्दा उन्हां नूं टच करदा है और कतार दे विच अखीर दे विच खड़े बंदे गल करदा मैं सोचदा कि पंजाब मॉडल दा कोई भी नीतिबद्ध योजनाबद्ध तरीका जिहड़ा हैगा वो गरीब तो गरीब नूं किद्दां इन्फ्लुएंस करदा, उहदी जिंदगी नूं किस तरीके दे नाल तब्दील करदा। मैं खेत मजदूरां दी गल कीती, मैं कंस्ट्रक्शन पल्लेदार मजदूर कल 60 तो 70 हज़ार मोगे दे विच मिनिमम, क्योंकि नॉर्मली कुर्सियां दे बने हो जी सी, ठीक है जी। उन्हां दी फरियाद जिहड़ी है बड़ी देर दी, उन्हां दी जिहड़ी मंग है, उन्हां दी जिहड़ी डिमांड है, मैं उन्हां दीयां गल्लां सुणीआं। उन्हां दीयां गल्लां सुण के मैं इस नतीजे ते पहुंचिआ कि साडा जिहड़ा अध्ययन है पंजाब मॉडल दा, ओहदा वन ऑफ द फोरमोस्ट पॉइंट्स, one of the biggest points, and I will do it with rationale reasoning de naal karanga. The Punjab model will launch urban employment guarantee mission. I repeat, the Punjab model will launch urban employment guarantee mission, right to employment for urban labor। जिहड़ी शहरां दे विच वसदी अर्बन लेबर है, ओहदा right to employment, there is something like मनरेगा in the urban areas, radical, revolutionary employment guarantee even to the unskilled labor in urban areas। जिहड़ी unskilled labor है ਉਹਨੂੰ भी employment guarantee। ਇਹਦਾ rationale ਕੀ ਹੈ, ਇਹ ਕਿਉਂ ਇੰਨੀ ਇੰਪੋਰਟੈਂਟ ਹੈ? ਇਹਦਾ rationale ਹੈ ਕਿ ਜਿਹੜੀ urban poverty ਹੈ ਉਹ ਪੰਜਾਬ ਦੇ ਵਿੱਚ rural poverty ਨਾਲ ਡਬਲ ਹੈ। ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਜਿਹੜਾ ਅਨੁਭਵ ਇੰਨੇ ਸਾਲਾਂ ਦਾ ਇਹ ਕਿਉਂ ਇਸ ਗੱਲ ਦੀ ਅਹਿਮੀਅਤ ਦੇ ਉੱਤੇ ਜਾਂਦਾ ਹੈ, ਕਿਉਂਕਿ ਅਰਬਨ ਪਾਵਰਟੀ ਰੂਰਲ ਪਾਵਰਟੀ ਨਾਲ ਡਬਲ ਹੈ ਪੰਜਾਬ 'ਚ। ਇਟ ਇਜ਼ ਡਬਲ ਦੈਟ ਐਂਡ ਵੀ ਡੂ ਨਾਟ ਹੈਵ ਇੰਪਲੋਇਮੈਂਟ ਗਾਰੰਟੀ ਓਵਰ ਹੇਅਰ। ਜਿਹੜੀ ਰੂਰਲ ਮਨਰੇਗਾ ਵੀ ਹੈ, ਕਿਉਂਕਿ ਮਨਰੇਗਾ ਹੈ ਹੀ ਰੂਰਲ, ਉਹਦੇ ਵਰਕਸ ਨੇ ਕੁਝ ਪੰਜਾਬ ਦੇ ਵਿੱਚ ਉਹ ਪੂਰੀ ਤਰ੍ਹਾਂ ਅਮਲੀ ਜਾਮੇ 'ਚ ਨਹੀਂ ਲਿਆਂਦੇ ਗਏ। ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡੀ ਅਹਿਮੀਅਤ ਹੈ, ਕਿਉਂਕਿ ਡਿਮਾਂਡ ਡਰਿਵਨ ਹੈ ਔਰ ਪੰਜਾਬ ਸਰਕਾਰ ਦੀ ਪੰਜੀ ਨਹੀਂ ਲੱਗਦੀ ਔਰ ਸਾਰਾ ਕੁਝ ਬਾਹਰੋਂ ਆਉਂਦਾ ਹੈ। ਇਟ ਇਜ਼ ਆਲ ਡਿਮਾਂਡ ਡਰਿਵਨ। ਜਿੰਨਾ ਤੁਸੀਂ ਇੰਪਲੋਇਮੈਂਟ ਕਰਦੇ ਹੋਗੇ, ਜਿੰਨੇ ਯੂਜ਼ਰ ਚਾਰजेस ਭੇਜੀ ਜਾਓਗੇ, ਏਕੜ ਤੋਂ ਥੱਲੇ ਕੋਈ ਕਿਸਾਨ ਜਾਂ ਖੇਤ ਮਜ਼ਦੂਰ ਜਦੋਂ ਖੇਤ 'ਚ ਜਾਂਦਾ ਉਹਨੂੰ ਤੁਸੀਂ सम्मान ਭੱਤੇ ਦੇ ਤੌਰ ਦੇ ਉੱਤੇ ਮਨਰੇਗਾ ਦੇਣੀ। ਇਹ ਨਹੀਂ ਹੋਇਆ, ਨਾ ਮਾਤਰ, ਇਹਦੀ ਕੋਈ ਲਿਮਿਟ ਨਹੀਂ।
ਤੁਸੀਂ 2.5 ਏਕੜ ਵਾਲਾ ਕੋਈ ਖੇਤ ਮਜ਼ਦੂਰ ਕੋਈ ਵੀ ਕੰਮ ਕਿਸੇ ਕਿਸਮ ਦਾ ਵੀ ਖੇਤ ਦੇ ਵਿੱਚ ਕਰਵਾ ਕੇ ਉਹਨੂੰ 300 ਰੁਪਏ ਦੇ ਸਕਦੇ ਹੋ। ਇਹਦੇ ਫਰਕ ਵੀ ਬੜਾ ਹੈ। ਜਿਵੇਂ ਪੰਜਾਬ ਦੇ ਵਿੱਚ ਅੱਜ ਵੀ 260 ਤੋਂ 280 ਮਨਰੇਗਾ ਦੀ ਉਹ ਹੈ ਤੇ ਹਰਿਆਣੇ ਦੇ ਵਿੱਚ ਕਰੀਬ 315 ਹੋ ਚੁੱਕੀ ਹੈ। ਇਹ ਵਧਾਈ ਵੀ ਨਹੀਂ ਗਈ। ਉਹਦੇ ਚ ਸਭ ਤੋਂ ਕੀ ਚੀਜ਼ ਹੈ ਜਿਹੜੀ ਕਿ ਅਣਗੌਲੀ ਗਈ ਹੈ। ਮੈਂ ਅੱਜ ਸਵੇਰੇ ਮਦਨਪੁਰਾ ਚੌਂਕ ਗਿਆ ਸੀ ਤੇ ਮੈਂ ਮਦਨਪੁਰਾ ਚੌਂਕ ਵੀ ਗਿਆ, ਪੱਲੇਦਾਰ ਮਜ਼ਦੂਰਾਂ ਦੇ ਕੋਲ ਵੀ ਕੱਲ 50-60 ਹਜ਼ਾਰ ਨਾਲ ਇੰਟਰੈਕਟ ਕੀਤਾ ਤੇ ਮੈਂ ਮੰਡੀਆਂ 'ਚ ਵੀ ਫਿਰਦਾ, ਦਾਣਾ ਮੰਡੀ 'ਚ ਵੀ ਗਿਆ ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਤੇ ਮੈਂ ਆਮ ਜਾਣਾ ਤੇ ਮੈਂ ਜਦੋਂ ਉੱਥੇ ਪੁੱਛਦਾ ਵੀ ਭਾਈ ਤੁਹਾਡੇ ਕਿੰਨੇ ਦੀ ਰਜਿਸਟ੍ਰੇਸ਼ਨ ਹੋਈ ਹੈ, ਪਿਛਲੇ 25 ਸਾਲਾਂ ਤੋਂ ਅਸੀਂ 1% ਅਮੀਰਾਂ ਨੂੰ ਕਿੰਨਾ ਮੁਨਾਫਾ ਦਿੱਤਾ, ਕਿੰਨਾ ਉਹਨਾਂ ਰੇਤਾ ਖਾਦਾ, ਕਿੰਨਾ ਉਹਨਾਂ ਦਾਰੂ ਪੀਤੀ, ਕਿੰਨਾ ਲੰਘਾ ਗਏ, ਉਸੇ ਦਾ ਜ਼ਿਕਰ ਕਰਦੇ ਆ। ਕਦੇ ਕਿਸੇ ਮਜ਼ਦੂਰ ਦਾ ਜ਼ਿਕਰ ਕੀਤਾ ਕਿ ਸਰਕਾਰ ਨੇ ਗੱਲ ਕੀਤੀ ਹੈ, ਕਿਹਨੇ ਕਿਹਾ ਕਿ ਕਿੰਨੇ ਪਰਸੈਂਟ ਲੋਕ ਨੇ, ਕਿੰਨੇ ਕੁ ਖੇਤ ਮਜ਼ਦੂਰ ਹੋਣੇ ਪੰਜਾਬ 'ਚ, ਇਨਫਾਰਮਲ ਇਕਨੋਮੀ ਦੇ ਵਿੱਚ ਕਿੰਨੇ ਕੁ ਕੰਸਟਰਕਸ਼ਨ ਵਰਕਰ ਹੋਣੇ, ਕੰਸਟਰਕਸ਼ਨ ਮਜ਼ਦੂਰ ਕਿੰਨੇ ਕੁ ਪੱਲੇਦਾਰ ਹੋਣੇ। ਇਹ ਸੋਚਿਆ। ਅੱਜ ਸਵੇਰੇ ਮਦਨਪੁਰਾ ਚੌਂਕ, ਔਰ ਉਹੀ ਹੈ, ਸਟੈਟਿਕ ਹੈ, ਸਟੈਟਿਕ, ਚਾਹੇ ਉਹ ਮਦਨਪੁਰਾ ਚੌਂਕ ਹੈ, ਚਾਹੇ ਉਹ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਹੈ, ਚਾਹੇ ਦਾਣਾ ਮੰਡੀ ਹੈ ਲੁਧਿਆਣੇ ਦੀ, ਚਾਹੇ ਕੋਈ ਹੋਰ ਥਾਂ ਹੈ, 1% ਰਜਿਸਟ੍ਰੇਸ਼ਨ ਨਹੀਂ ਮਿਲੀ। ਸੋਚ ਕੇ ਦੇਖੋ। ਅੱਜ ਕਰੀਬ 150 ਬੰਦਿਆਂ 'ਚ ਖੜਾ ਸੀ ਮੈਂ ਪੁੱਛਿਆ ਭਾਈ ਕਿੰਨੇ ਕੁ ਬੰਦੇ ਰਜਿਸਟਰ ਨੇ, ਇੱਕ ਹੱਥ ਖੜਾ ਹੋਇਆ, ਕਰੀਬ 200-300 ਬੰਦੇ ਖੜੇ। ਮੈਂ ਸਾਰਿਆਂ ਨੂੰ ਮਿਲਿਆ, ਤੂੰ ਰਜਿਸਟਰਡ ਨਾ ਜੀ। ਉਹ ਭਾਈ ਲੇਬਰ ਕਾਰਡ ਕਿੰਨੇ ਕੋਲ, ਕਹਿੰਦਾ ਸਾਡੇ ਤੋਂ ਤਾਂ ਪੈਸੇ ਮੰਗਦੇ। ਔਨ ਰਿਕਾਰਡ ਹੈ, ਔਨ ਰਿਕਾਰਡ, ਮੈਂ ਵੀਡੀਓ ਪਾਈ ਹੋਈ, ਦੇਖ ਲਿਓ। it is live, there is nothing concocted in it. ठीक है जी। You can't give government benefits and scheme benefits if you don't know who the recipient is, कौन बंदा recipient is, recipient कौन है। ਤੁਹਾਨੂੰ ਇਸ ਗੱਲ ਦਾ ਇਲਮ ਹੀ ਹੈ ਨਹੀਂ। ਜੇ ਤੁਹਾਨੂੰ ਇਹ ਨਹੀਂ ਪਤਾ ਗਰੀਬ ਕੌਣ ਹੈ, ਤੁਸੀਂ ਭਲਾ ਕਿਵੇਂ ਕਰੋਗੇ ਭਾਈ। ਕੈਨ ਯੂ ਸਰਵੇ ਹੀ ਨਹੀਂ ਹੋਇਆ ਅਜੇ ਤੱਕ। ਭਾਈ ਸਰਕਾਰ ਕੰਸਟਰਕਸ਼ਨ ਸੈਸ ਕਲੈਕਟ ਕਰਦੀ ਹੈ। ਤੁਸੀਂ ਦੇਖਿਆ ਹੋਣਾ ਕਿ ਸਰਕਾਰ, ਉਹਦਾ ਪਰਪਸ ਹੀ ਇਹ ਹੈ ਕਿ ਉਹ ਕੰਸਟਰਕਸ਼ਨ ਸੈਸ ਜਿਹੜਾ ਹੈ ਕੰਸਟਰਕਸ਼ਨ ਵਰਕਰ ਨੂੰ ਦੇਣਾ। ਦੇਖੋ ਕਿੰਨੇ ਕੁ ਨੂੰ ਦਿੱਤਾ ਹੈ। ਕਿਉਂ? ਕਿਉਂਕਿ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ। ਜਿਹੜਾ ਸੈਂਟਰਲ ਗਵਰਨਮੈਂਟ ਦਾ ਵੀ ਫਿਗਰ ਹੈ, ਜਿਹੜੇ ਉਹਨਾਂ ਦੇ ਇੰਚਾਰਜ ਨੇ ਵੈਲਫੇਅਰ ਸਕੀਮਸ ਨੇ, ਉਹ ਕਹਿੰਦੇ ਨੇ 20% ਨਹੀਂ ਹੋਏ। ਤੇ ਜੇ ਤੁਸੀਂ ਉਹਨਾਂ ਨੂੰ ਰਜਿਸਟਰ ਹੀ ਨਹੀਂ ਕੀਤਾ, ਬੜਾ ਸੌਖਾ ਹੈ ਕਹਿਣਾ ਕਿ ਜੀ ਅਸੀਂ ਤਾਂ ਦਿੰਦੇ ਹੀ ਨਹੀਂ। ਕਿਉਂ ਬਈ? ਮੈਨੂੰ ਇਹ ਦੱਸੋ, ਪ੍ਰਾਇੋਰਟੀ ਇਹ ਗਰੀਬ ਹੈ ਕਿ ਕੋਈ ਹੋਰ ਹੈ ਜਿਹਨੂੰ ਤੁਸੀਂ ਦੈੜ ਨੌਕਰੀ ਦਿੰਦੇ ਹੋ, ਜਿਹਨੂੰ ਤੁਸੀਂ ਖਟਾਕ ਦਿੰਦੇ, ਕਹਿੰਦੇ ਹੋ ਆ ਦੇਤਾ ਜੀ, ਇਹਨੂੰ ਆ ਦੇਤਾ ਜੀ, ਇਹਨੂੰ ਆ ਦੇਤਾ ਜੀ। ਜਾਂ ਪੰਜਾਬ ਦੇ 100 ਪਰਿਵਾਰ ਨੇ ਜਿਹੜੇ ਸਾਲ ਦਾ 30-40 ਹਜ਼ਾਰ ਕਰੋੜ ਖਾਂਦੇ, ਫਿਰ ਡਕਾਰ ਵੀ ਨਹੀਂ ਮਾਰਦੇ। ਕੌਣ ਹੈ ਵੀ ਪ੍ਰਾਇੋਰਟੀ? ਪੰਜਾਬ ਮਾਡਲ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਇਹਨਾਂ ਲੋਕਾਂ ਨੂੰ ਪ੍ਰਾਇੋਰਟੀ ਦੇਗਾ, ਇਹਨਾਂ ਨੂੰ ਪਹਿਲ ਦੇਗਾ। ਇਹ ਜਿਹੜੀ ਡੇਲੀ ਵੇਜਰ ਦੀ ਰਜਿਸਟ੍ਰੇਸ਼ਨ ਹੈ, ਇਹ ਇਨਫਲੇਸ਼ਨ ਦੇ ਨਾਲ ਕਨੈਕਟਡ ਹੈ। ਭਾਈ ਤੁਸੀਂ ਅਗਰ ਪਿਛਲੇ 6 ਮਹੀਨੇ ਸਾਲ ਹੀ ਦੇਖੋ, ਗੈਸ ਦਾ ਸਿਲੰਡਰ ਡਬਲ ਹੋ ਗਿਆ ਜੀ। ਮੈਂ ਪੁੱਛਿਆ ਅੱਜ ਕਿੰਨਿਆਂ ਨੂੰ, ਮੈਂ ਕਿਹਾ ਯਾਰ ਤੁਸੀਂ ਗੈਸ ਦਾ ਸਿਲੰਡਰ ਫੂਕ ਦਿਓ ਕਿ ਲੱਕੜਾਂ ਨਾਲ ਚਲਾਉਂਦੇ ਹੋ? ਕਹਿੰਦੇ ਜੀ ਅਸੀਂ ਗੈਸ ਦਾ ਸਿਲੰਡਰ ਚਲਾਉਂਦੇ। ਮੈਂ ਕਿੰਨੇ ਰਹਿੰਦੇ ਹੋ? ਕਹਿੰਦੇ ਜੀ ਇੱਕ ਕਮਰੇ 'ਚ 7-7 ਰਹਿੰਦੇ ਆ।
कोई कहना जी एक एक कमरे च 5-5 रहने हैं। हाँ जी, गैस का सिलेंडर हो गया जी डबल, ओके, पेट्रोल डीजल डबल, तेल रोटी खाने वाला डबल, दाल ड्योड़ी $2.25। ਤੇ ਮੈਨੂੰ ਦੱਸੋ ਕਿੰਨੇ ਕੁ ਦੀ ਦਿਹਾੜੀ ਦੇ ਵਿੱਚ 5 ਰੁਪਏ ਦਾ ਵੀ ਫਰਕ ਪਿਆ? ਜਦੋਂ ਇਹ ਕੀਮਤਾਂ ਡਬਲ ਹੁੰਦੀਆਂ ਨੇ, ਇਨਫਲੇਸ਼ਨ ਦਾ ਫਰਕ ਨਵਜੋਤ ਸਿੱਧੂ ਨੂੰ ਨਹੀਂ ਪੈਂਦਾ। ਤੁਸੀਂ ਵੀ ਉਹਨਾਂ 1% ਜੀ ਆਉਣੇ ਹੋ, ਤੁਸੀਂ ਵੀ ਜਦੋਂ ਟੈਂਕ ਫੁੱਲ ਕਰਾਉਣੇ ਹੋ ਤੁਹਾਨੂੰ ਵੀ ਫਰਕ ਨਹੀਂ ਪੈਂਦਾ। ਲੇਕਿਨ ਜਿਹੜਾ ਬੰਦਾ ਰੋਜ਼ ਦਿਹਾੜੀ ਦਾ ਟਮਾਟਰ ਪਿਆਜ਼ ਲੈਣ ਜਾਂਦਾ 250-300 ਕਮਾ ਕੇ, ਉਹਦੇ 250-300 ਦੀ ਵੈਲਿਊ 100 ਰਹਿ ਜਾਂਦੀ ਹੈ। ਜਿਹੜੀ ਉਹਨੂੰ 250 ਚ ਮਿਲਦੀ ਸੀ ਚੀਜ਼, ਉਹ 1000 ਚ ਮਿਲਦੀ ਹੈ। ਕਿਹਨੇ ਸੋਚਿਆ? ਕਿਹਨੇ ਤੂਲ ਦਿੱਤਾ? ਹੈਜ਼ ਐਨੀਬਡੀ ਥੌਟ ਕਿ ਪੱਲੇਦਾਰਾਂ ਦੇ ਵਿੱਚ ਕਿੰਨੇ ਬੌਂਡਡ ਲੇਬਰ ਨੇ ਜਿਨ੍ਹਾਂ ਦਾ ਬੌਂਡ ਕਰ ਦਿੱਤਾ ਜਾਂਦਾ 30-30 ਸਾਲੀ, ਉਹਨੂੰ ਪਤਾ ਹੀ ਨਹੀਂ ਲੱਗਦਾ 30-30 40-40 ਸਾਲ। ਫਿਰ ਅਸੀਂ ਪੈਸੇ ਕਾਹਦੇ ਦੇਈ ਜਾਂਦੇ ਆ, ਕਾਹਦੇ ਕਟਾਈ ਜਾਂਦੇ ਆ? ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਛੋਟਾ ਜਿਹਾ। I will give you a small example. ਗਿੱਦੜ ਬਹੇ ਇੱਕ ਪੱਲੇਦਾਰ ਇੱਕ ਕਟਾ ਚੁੱਕਣ ਦੇ 350 ਲੈਂਦੇ, ਤੇ ਉੱਥੋਂ ਕਿੰਨੀ ਦੂਰ ਹੈ ਮੁਕਤਸਰ, ਉੱਥੇ ਉਹ 125 ਲੈਂਦੇ। So is there any rationale in it? ਉਹ ਭਾਈ ਦਿਹਾੜੀ ਤੇ ਇੱਕ ਕਰ ਦਿਓ। ਜੇ ਉਹ ਕੰਮ ਇੱਕ ਕਰ ਰਿਹਾ ਹੈ, ਉਸੇ ਤਰ੍ਹਾਂ ਚੁੱਕ ਰਿਹਾ ਹੈ, ਉਸੇ ਤਰ੍ਹਾਂ ਲਿਜਾ ਰਿਹਾ ਹੈ, ਤੇ ਇੱਕ ਨੂੰ 125 ਮਿਲ ਰਿਹਾ ਤੇ ਦੂਜੇ ਨੂੰ 350 ਮਿਲ ਰਿਹਾ, ਕਿਉਂ? ਪੰਜਾਬ ਮਾਡਲ ਕਹਿੰਦਾ we will fix the price of the wage. ਫਿਰ ਆਉਂਦੀ ਹੈ ਰੈਗੂਲੇਸ਼ਨ ਆਫ ਵਰਕਿੰਗ ਆਵਰਸ। ਭਾਈ ਬਾਬੂ ਆਉਂਦੇ ਆ ਤੌਰ ਟੱਪੇ ਨਾਲ, ਐਨਕ ਉਨਕ ਲਾ ਕੇ ਕਾਲੀ, ਕਾਲਰ ਜੇ ਖੜੇ ਕਰਕੇ ਆਉਂਦੇ ਆ, ਘੰਟਾ ਲੇਟ ਆਉਂਦੇ ਆ ਤੇ ਘੰਟਾ ਪਹਿਲਾਂ ਚਲੇ ਜਾਂਦੇ। 4 ਛੁੱਟੀ ਹੋ ਗਿਆ, ਹਾਂਜੀ ਛੁੱਟੀ ਹੈ। ਤੇ ਦੱਸੋ ਭਾਈ, ਕਿਸੇ ਨੇ ਰੈਗੂਲੇਟ ਕੀਤੇ ਇਹਨਾਂ ਦੇ ਵਰਕ ਆਵਰਸ? ਕਿਸੇ ਲੀਡਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ? ਇਹ ਪੰਜਾਬ ਮਾਡਲ ਹੈ, ਕਿਉਂਕਿ ਇਹੀ ਸਰਬਤ ਦਾ ਭਲਾ। ਜੇ ਸਰਬਤ ਦਾ ਭਲਾ 70% ਪੰਜਾਬੀਆਂ ਨੂੰ ਨਹੀਂ ਚੱਕ ਸਕਦਾ ਤਾਂ ਫਿਰ ਕਿਹਨੂੰ ਚੱਕੂ? ਹਾਂਜੀ, 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹਨਾਂ ਦਾ। ਮੈਂ ਦੇਖਿਆ 20 ਘੰਟੇ ਕੰਮ ਕਰਾਉਂਦੇ, ਪੈਸੇ ਦਿੰਦੇ 2 ਘੰਟਿਆਂ ਦੇ ਨਹੀਂ, ਕਈ ਤਾਂ ਦਿੰਦੇ ਹੀ ਨਹੀਂ, ਕਈਆਂ ਨੂੰ ਮਿਲਦਾ ਹੀ ਨਹੀਂ। ਸੋਸ਼ਲ ਸਿਕਿਉਰਿਟੀ ਆਫ ਲੇਬਰ ਜਨਾਬ, ਇਹ ਸਭ ਤੋਂ ਵੱਡਾ ਪੁਆਇੰਟ ਹੈ। ਮੈਂ ਬਿਮਾਰ ਹੋ ਗਿਆ ਜੀ, ਚਲੋ ਮੈਂ ਐਮਐਲਏ ਆ, ਤੁਸੀਂ ਬਿਮਾਰ ਹੋ ਗਏ ਜੀ, 4 ਦਿਨ ਤਨਖਾਹ ਤਾਂ ਨਹੀਂ ਕੱਟਦੀ? ਦੱਸੋ ਨਾ, ਕੱਟਦੀ ਹੈ? ਨਹੀਂ ਕੱਟਦੀ। ਇੱਕ ਦਿਨ ਮੈਂ ਬਿਮਾਰ ਹੋ ਗਿਆ, ਮੈਂ ਛੁੱਟੀ ਲੀਵ ਲੈਤੀ, ਉਨੀ ਛੁੱਟੀ ਲੀਵ ਨਹੀਂ ਕੱਟਦੀ। ਭਾਈ ਜਦੋਂ ਉਹ ਬਿਮਾਰ ਹੁੰਦਾ ਹੈ ਕੋਈ ਪੁੱਛਦਾ ਹੈ? ਮੈਨੂੰ ਤੁਸੀਂ ਦੱਸੋ ਕੌਣ ਪੁੱਛਦਾ ਹੈ? ਇੱਥੇ ਜਿਹੜੀ ਲੇਬਰ ਚੌਂਕ ਦੇ ਵਿੱਚ ਮੈਂ ਬੰਦਿਆਂ ਨੂੰ ਮਿਲਿਆ, ਕਹਿੰਦੇ ਸਿੱਧੂ ਸਾਹਿਬ 2 ਦਿਨਾਂ ਦੀ ਤਾਂ ਵੈਸੇ ਹੀ ਛੁੱਟੀ ਹੁੰਦੀ ਹੈ, ਤੇ 6 ਦਿਨਾਂ ਦੇ ਵਿੱਚੋਂ ਅਸੀਂ ਦਿਹਾੜੀ ਸਾਨੂੰ 2 ਦਿਨਾਂ ਦੀ ਮਿਲਦੀ ਹੈ, 2 ਦਿਨ ਵਿਹਲੇ ਹੁੰਦੇ ਆ, 3 ਦਿਨ। So the urban employment guarantee mission is the unique USP of the Punjab model. जिथे गुरबत डबल है और गारंटी कोई है नहीं। अगला पॉइंट, 67% पॉपुलेशन साहब जिहड़ी कांग्रेस दी लियांदी हुई पीडीएस है ਉਹਦੇ ਅੰਡਰ ਆਉਂਦੀ ਹੈ। ਮਤਲਬ ਤੁਸੀਂ 70 ਕਰੋੜ ਗਰੀਬਾਂ ਨੂੰ ਅਸੀਂ ਆਟਾ ਦਾਲ ਦਿੰਨੇ ਆ, ਨਹੀਂ ਜੀ
70 ਕਰੋੜ ਮਤਲਬ ਇੱਕ ਜੇ ਤੁਸੀਂ ਦੇਸ਼ ਦੀ ਗੱਲ ਕਰੋਗੇ ਤੇ 67% is 70 crores ਜੀਰੋਆਂ ਦਾ ਮੈਨੂੰ ਪਤਾ ਠੀਕ ਹੈ ਜੀ ਉਹ 70 ਕਰੋੜ ਲੋਕਾਂ ਨੂੰ ਅਸੀਂ ਦਿੰਨੇ ਆ ਹੁਣ ਮੈਨੂੰ ਤੁਸੀਂ ਦੱਸੋ ਕਿ ਮਜ਼ਦੂਰ ਦੇ ਨਾਲੋਂ ਕੌਣ ਵੱਧ ਡਿਜ਼ਰਵ ਕਰਦਾ ਦੱਸੋ ਨਾ ਕੌਣ ਇੱਕ ਪੱਲੇਦਾਰ ਮਜ਼ਦੂਰ ਜਾਂ ਇੱਕ ਨਾਰਮਲ ਜਿਹੜਾ 2 ਦਿਨ ਦਿਹਾੜੀ ਮਿਲਦੀ ਹੈ ਜਿਹਨੂੰ 300 ਰੁਪਏ 250 ਲੈਂਦਾ ਹੈ ਇਨਫਲੇਸ਼ਨ ਦਾ ਉਹਨੂੰ ਕੁਝ ਨਹੀਂ ਮਿਲਦਾ ਉਹਦੇ ਨਾਲੋਂ ਵੱਧ ਕੋਈ ਡਿਜ਼ਰਵ ਕਰਦਾ ਤੇ ਇੱਕ ਸਰਵੇ ਕਰੋ ਜਾਓ ਇੱਕ ਸਰਵੇ ਕਰੋ ਕਿ ਕਿੰਨਿਆਂ ਕੋਲ ਬੀਪੀਐਲ ਕਾਰਡ ਜਾ ਕੇ ਦੇਖੋ ਕਿਤੇ ਪੁੱਛੋ ਪੰਜਾਬ ਮਾਡਲ ਕਹਿੰਦਾ ਹਰੇਕ ਮਜ਼ਦੂਰ ਨੂੰ ਬੀਪੀਐਲ ਕਾਰਡ ਦਿੱਤਾ ਜਾਏਗਾ ਹਰੇਕ ਮਜ਼ਦੂਰ ਜਿਹੜਾ ਦਿਹਾੜੀ ਕਰ he will get a BPL card and please confirm what I'm saying go to Labour Chowk and ask how many have BPL cards the Punjab model will honor merit and that's the most important thing ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ ਸਰਕਾਰਾਂ ਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਔਰ ਲਿਸਟ ਦੇ ਵਿੱਚ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ these are glimpses of the Punjab model and how we will change lives of the poorest of the poor ਇਹ ਕੋਈ ਖੈਰਾਤ ਨਹੀਂ ਹੈ it is very less than what they deserve and therefore ਮੈਨੂੰ ਤੁਹਾਨੂੰ ਸਪੈਸ਼ਲ ਰਿਕੁਐਸਟ ਕਰਨੀ ਪੈ ਰਹੀ ਹੈ ਕਿ ਇਹਨੂੰ ਸਭ ਤੋਂ ਵੱਡੀ ਅਹਿਮੀਅਤ ਦੇਣੀ ਚਾਹੀਦੀ ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ ਮੈਂ ਕਿਤੇ ਨਹੀਂ ਕਿਹਾ ਵੀ ਇਹਨੂੰ ਅਬੋਲਿਸ਼ ਕਰ ਦਿਓ ਇਹਨੂੰ ਕੱਟ ਦਿਓ ਇਹਨੂੰ ਮਾਰ ਦਿਓ ਇਹਨੂੰ ਇਹ ਕਰ ਦਿਓ ਕੋਈ ਮੇਰੀ ਗੱਲ ਡਿਸਟੋਰਟ ਨਹੀਂ ਹੋਣੀ ਕਿਉਂਕਿ ਠਾ ਜਿੱਦਾਂ ਤੁਸੀਂ ਚਲਾ ਰਹੇ ਹੋ ਉਦਾਂ ਹੀ ਮੈਂ ਲਾਈਵ ਚਲਾ ਰਹੀ ਸਮਝ ਲਓ ਮੇਰੀ ਗੱਲ ਇਹ ਮੇਰੇ ਹਿਸਾਬ ਦੇ ਨਾਲ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਆਨਰ ਕਰਨ ਦਾ ਤਰੀਕਾ ਮੈਂ ਐਂਡ ਕਰ ਰਿਹਾ ਜਿਹੜੇ ਸਾਡੇ ਫੋਰਫਾਦਰਸ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜੀ ਪਾਵਰ ਆਫ ਦਾ ਪੀਪਲ ਮਸਟ ਰਿਟਰਨ ਟੂ ਦਾ ਪੀਪਲ ਤੇ ਫਿਰ ਅਸੀਂ ਕਿਹੜੀ ਪਾਵਰ ਇਸ ਗਰੀਬ ਨੂੰ ਪਹੁੰਚਾਈ ਹੈ ਅਸੀਂ ਕਿਹੜੀ ਚੀਜ਼ ਸੁਨਿਸ਼ਚਿਤ ਕੀਤੀ ਹੈ ਉਹਨੂੰ ਜਿਹੜਾ ਉਹ ਕਹਿ ਸਕੇ ਯਾਰ ਆ ਮੇਰੇ ਕੋਲ ਆ ਗਾਰੰਟੀ ਹੈਗੀ ਮੈਂ ਰੋਟੀ ਖਾ ਲੂੰ This is the minimum that a government can do and this is my endeavor to start from the poorest of the poor किसान और मजदूर दे अगर मसले हल होंगे और ये खेत मजदूर भी आउंदा साहब ते मैनू लगता है कि उस तो बाद पंजाब दे मसले 70% सॉल्व होंगे मैं किसान की प्रोडक्टिविटी की गल की है कल उत्थे भी कुछ गल्लां कीतियां ने पर मैं उन्होंने इहदे नाल मिक्स नहीं करना चाहता क्योंकि ये बहुत ही वड्डी चीज़ है ये एडी वड्डी चीज़ है मेरे लिए विद रैशनल विद रीजन विद अ लॉट ऑफ रिसर्च ये मतलब जिहड़ी अर्बन एम्प्लॉयमेंट गारंटी मिशन है वन ऑफ द बिगेस्ट पॉइंट्स इन द पंजाब मॉडल जिथे गरीबी दुगनी है ਉੱਥੇ ਕੋਈ ਗਾਰੰਟੀ ਨਹੀਂ ਤੇ ਜਿੱਥੇ ਗਰੀਬੀ ਅੱਧੀ ਹੈ ਉੱਥੇ ਗਾਰੰਟੀ ਵੀ ਹੈ ਲੇਕਿਨ ਉਹ ਵੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਔਰ ਪੂਰੀ ਤਰ੍ਹਾਂ ਡਿਮਾਂਡ ਜਿਹੜੀ ਹੈਗੀ ਹੈ ਉਹ ਪੂਰੀ ਹੁੰਦੀ ਨਹੀਂ ਦਿਸ ਇਜ਼ ਵਾਟ ਆਈ ਹੈਡ ਟੂ ਸੇ ਟੁਡੇ ਮੈਂ ਜ਼ਿਆਦਾ ਇਹਦੇ ਤੇ ਇਲੈਬੋਰੇਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ ਸਰ ਜਿਹੜਾ ਤੁਹਾਡਾ ਪੰਜਾਬ ਇੱਕ ਮਿੰਟ ਜਸਟ मैं ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ ਜੇ ਸਵਾਲ ਵੀ ਹੈ ਤੇ ਮੈਂ ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ ਦੂਜੀ ਦਾ ਇੱਕ ਮਿੰਟ ਯਾਰ ਇੱਕ ਮਿੰਟ ਭਾਈ ਤੁਸੀਂ ਚੁੱਪ ਮੈਂ ਇਹਦੇ ਤੇ ਹੀ ਸਵਾਲ ਲਊਂ ਨੂੰ ਜਵਾਬ ਦਈਆਂ ਬਿਲਕੁਲ ਨਹੀਂ ਮੈਂ ਜਵਾਬ ਦੇਈ ਇੱਕ ਮਿੰਟ ਯਾਰ ਮੈਨੂੰ ਖਤਮ ਤਾਂ ਕਰ ਲੈਂਦੇ ਨਾ ਫਿਰ ਯਾਰ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ ਲੋਕਾਂ 'ਚ ਜਾ ਕੇ ਗੱਲ ਰੱਖਦਾ
ਇੱਥੇ ਮੌਸਮ ਭਟਕਾਉਣ ਦਾ, ਇੱਥੇ ਮੌਸਮ ਇੱਕ ਦੂਜੇ ਤੇ ਲਾਂਛਨ ਲਾਉਣ ਦਾ, ਇੱਥੇ ਮੌਸਮ ਬੜਾ ਕੁਛ ਸਮਝਿਆ। ਇਸ ਕਰਕੇ ਮੈਂ ਉਸ ਬੜੇ ਕੁਛ ਨਹੀਂ ਜਾ ਰਿਹਾ। ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਭਲੇ ਦੀ ਗੱਲ, ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਗੱਲ ਕਰ ਰਿਹਾ। ਹੁਣ ਸਵਾਲ ਨੰਬਰ 1, ਤੁਸੀਂ ਲਾਅ ਆਡੀਟੋਰੀਅਮ 'ਚ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਵੀ ਜਿਹੜੇ ਪੀਡੀਐਸ ਹੋਵੇ ਦੂਜੇ ਬੈਨੀਫਿਟ ਹੈ ਮਨਰੇਗਾ ਹੋਰ, ਇਹ ਜਨਰਲ ਲੋਕਾਂ ਤੱਕ ਨਹੀਂ ਜਾ ਰਹੇ, ਇਹ ਰੋਂਗ ਰਿਚ ਲੋਕ ਵੀ ਇਹਦੇ ਬੈਨੀਫਿਟ ਲੈ ਰਹੇ। ਅੱਜ ਤੁਸੀਂ ਉਸੇ ਗੱਲ ਵਿੱਚ ਕਹੀ ਹੈ, ਤੁਸੀਂ ਇਸ ਮਾਡਲ ਨੂੰ ਇੰਪਲੀਮੈਂਟ ਕਿਵੇਂ ਕਰੋਗੇ ਔਰ ਰਿਚ ਲੋਕਾਂ ਤੋਂ ਡਾਇਵਰਟ ਕਿੱਦਾਂ ਕਰੋਗੇ ਜਿਨ੍ਹਾਂ ਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ? ਦੇਖੋ ਭਾਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂ, ਮੈਂ ਇਹ ਕਿਤੇ ਵੀ ਨਹੀਂ ਕਿਹਾ ਜੀ ਕਿ ਇਹ ਉਹਨਾਂ ਕੋਲ ਜਾ ਰਹੇ ਆ, ਇਹਨਾਂ ਕੋਲ ਜਾ ਰਹੇ ਆ, ਬਿਲਕੁਲ ਨਹੀਂ। ਮੈਂ ਇੰਨੀ ਗੱਲ ਕਹੀ ਹੈ ਕਿ ਮੈਰਿਟ ਸ਼ੁੱਡ ਬੀ ਆਨਰਡ, ਤੇ ਅਗਰ ਕੋਈ ਮਜ਼ਦੂਰ ਹੈ ਤੇ ਉਹਨੂੰ BPL ਮਿਲਣਾ ਚਾਹੀਦਾ। ਇਹਦੇ 'ਚ ਕੋਈ ਗਲਤ ਨਹੀਂ ਹੈ, ਕੋਈ ਉਹ ਨਹੀਂ ਹੈ। ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ, ਆਪਾਂ ਉਹਦੇ 'ਚ ਨਾ ਜਾਈਏ। ਆਪਾਂ ਇਹ ਕਹੀਏ ਕਿ ਜਿਹੜਾ ਬੰਦਾ ਜੈਨੂਇਨ ਗਰੀਬ ਹੈ ਉਹਦੇ ਕੋਲ ਇਹ ਸਹੂਲੀਅਤ ਹੋਵੇ, ਔਰ ਪੰਜਾਬ ਮਾਡਲ ਇਹ ਕਹਿੰਦਾ ਹੈ ਕਿ ਉਹਦੇ ਕੋਲ ਇਹ ਸਹੂਲੀਅਤ ਹੋਏਗੀ। ਇੰਪਲੀਮੈਂਟਡ